ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਤੱਕ ਉਹ ਨੁਸਖੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਹਦੇ ਨਾਲ ਤੁਸੀਂ ਤੰਦਰੁਸਤ ਰਹਿ ਸਕਦੇ ਹੋ। ਤੇ ਅੱਜ ਇਸ ਹੈਲਥ ਸ਼ੋਅ ਦੇ ਵਿੱਚ ਗੱਲ ਹੋਊਗੀ ਸਾਡੇ ਹੈਲਥ ਦੇ ਬਾਰੇ, ਖਾਸ ਕਰਕੇ ਵੈਕਸੀਨ ਦੇ ਬਾਰੇ, ਕਿਉਂਕਿ ਹੁਣ ਸਭ ਤੋਂ ਜ਼ਿਆਦਾ ਧਿਆਨ ਸਾਰਿਆਂ ਦਾ ਇਸੇ ਗੱਲ ਤੇ ਟਿਕਿਆ ਹੋਇਆ ਕਿ ਵੈਕਸੀਨ ਕਿਵੇਂ ਲੱਗ ਰਹੀ ਹੈ, ਕਿਸ ਤਰ੍ਹਾਂ ਇਫੈਕਟਿਵ ਹੈ, ਕਿਸ ਤਰ੍ਹਾਂ ਜਿਹੜੇ ਫੇਜ਼ ਹੈਗੇ ਆ ਉਹ ਲਗਾਤਾਰ ਚੱਲ ਰਹੇ ਨੇ। ਪਰ ਜਦੋਂ ਵੈਕਸੀਨ ਲੱਗ ਰਹੀ ਹੈ ਪਰ ਤੀਜੀ ਵੇਵ ਦਾ ਖਤਰਾ ਕੈਨੇਡਾ ਦੇ ਵਿੱਚ ਮੰਡਰਾ ਰਿਹਾ। ਵੇਰੀਐਂਟਸ ਦੀ ਗੱਲ ਕਰੀਏ ਤਾਂ ਵੇਰੀਐਂਟਸ ਵੀ ਲਗਾਤਾਰ ਵੱਧ ਰਹੇ ਨੇ ਤੇ ਡਾਕਟਰ ਟੈਮ ਤੋਂ ਵਾਰ-ਵਾਰ ਇਹ ਪੁੱਛਿਆ ਜਾਂਦਾ ਕਿ ਵੈਕਸੀਨ ਤੋਂ ਬਾਅਦ ਕੀ ਹੋਏਗਾ, ਜਦੋਂ ਸਾਰਿਆਂ ਨੂੰ ਵੈਕਸੀਨ ਲੱਗ ਜਾਏਗੀ ਤਾਂ ਅਸੀਂ ਨਾਰਮਲ ਰਹਿ ਸਕਦੇ ਹਾਂ। ਤਾਂ ਉਹਨਾਂ ਨੇ ਕਿਹਾ ਨਹੀਂ, ਸਾਨੂੰ ਮਾਸਕ ਅਜੇ ਵੀ ਪਹਿਨਣ ਦੀ ਲੋੜ ਹੈ, ਕਿਉਂਕਿ ਅਸੀਂ ਜਦੋਂ BC ਵੱਲ ਦੇਖਦੇ ਹਾਂ ਤਾਂ BC ਦੇ ਵਿੱਚ ਵੀ ਲਗਾਤਾਰ ਕੇਸ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ, ਖਾਸ ਕਰਕੇ ਯੰਗ ਜਨਰੇਸ਼ਨ ਦੇ ਵਿੱਚ। ਹੁਣ ਯੰਗ ਜਨਰੇਸ਼ਨ ਦੇ ਕੇਸ ਵੀ ਵੱਧ ਰਹੇ ਨੇ, ਉਧਰੋਂ ਧਾਰਮਿਕ ਇਕੱਠਾਂ ਦੇ ਉੱਤੇ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ ਨੇ। ਲੋਕ ਮੰਗ ਕਰ ਰਹੇ ਨੇ ਕਿ ਸਮਰ ਆ ਰਹੀ ਹੈ, ਹੋਰ ਜਿਹੜੀ ਰਿਲੈਕਸੇਸ਼ਨ ਦਿੱਤੀ ਜਾਵੇ। ਅਲਬਰਟਾ 'ਚ ਦੇਖੀਏ ਤਾਂ ਅਲਬਰਟਾ ਵਾਲਿਆਂ ਨੇ ਕੋਈ ਰਿਲੈਕਸੇਸ਼ਨ ਨਹੀਂ ਦਿੱਤੀ। ਅਗਲੇ ਫੇਜ਼ ਦੇ ਵਿੱਚ ਜਾਣ ਦੀ ਬਜਾਏ ਉਹਨਾਂ ਨੇ ਪਿਛਲੇ ਫੇਜ਼ ਦੇ ਵਿੱਚ ਰਹਿਣ ਦਾ ਫੈਸਲਾ ਕੀਤਾ। ਹੋਰ ਬਹੁਤ ਸਾਰੀਆਂ ਡਿਵੈਲਪਮੈਂਟਸ ਆ ਰਹੀਆਂ ਨੇ। ਐਸਟਰਾਜੈਨਕਾ ਨੂੰ ਲੈ ਕੇ ਅਜੇ ਵੀ ਕੰਸਰਨ ਬਣੇ ਹੋਏ ਨੇ। ਇਹ ਸਾਰੇ ਸਵਾਲਾਂ ਦੇ ਜਵਾਬ ਦੇ ਲਈ ਗੱਲਬਾਤ ਹੋਵੇਗੀ ਡਾਕਟਰ ਪ੍ਰਗਟ ਸਿੰਘ ਪੁਰਜੀ ਦੇ ਨਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਪੁਰਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਮੇਰੇ ਛੋਟੇ ਬੱਚੇ ਅਰਸ਼ ਜੀ ਔਰ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਅਸਲਾਮ ਵਾਲੇਕੁਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿੱਦਾਂ ਮੈਂ ਦੱਸਿਆ ਕਿ ਤੀਜੀ ਵੇਵ ਦਾ ਖਤਰਾ ਬਣਿਆ ਹੋਇਆ, ਅਸੀਂ ਪਹਿਲਾਂ BC ਤੋਂ ਸਟਾਰਟ ਕਰਦੇ ਹਾਂ। BC ਦੇ ਵਿੱਚ ਕੀ ਡਿਵੈਲਪਮੈਂਟਸ ਨੇ? ਇੱਕ ਪਾਸੇ ਰਿਲੈਕਸੇਸ਼ਨ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਵੇਰੀਐਂਟਸ ਵੀ ਵੱਧ ਰਹੇ ਨੇ, ਕੇਸ ਵੀ ਵੱਧ ਰਹੇ ਨੇ, ਖਾਸ ਕਰਕੇ ਯੰਗ ਜਨਰੇਸ਼ਨ ਦੇ ਵਿੱਚ। ਜੀ ਦੇਖੋ, ਜਿਹੜੇ ਕੇਸਿਸ ਹੁਣ ਆ ਰਹੇ ਆ ਇਹ ਕਮਿਊਨਿਟੀ ਤੋਂ ਆ ਰਹੇ ਆ। ਜਿਹੜੇ ਰੈਜ਼ੀਡੈਂਸ਼ੀਅਲ ਕੇਅਰ ਹੋਮ ਹੈ ਇੱਥੇ ਵਾਇਰਸ ਲਗਭਗ ਹੁਣ ਖਤਮ ਹੈ, ਕਿਉਂਕਿ ਉਹਨਾਂ ਸਾਰਿਆਂ ਨੂੰ ਦੋ ਟੀਕੇ ਲੱਗ ਚੁੱਕੇ ਆ। ਸੋ ਉੱਕਾ ਪੁੱਕਾ ਅਗਰ ਕੇਸ ਹੁੰਦਾ ਵੀ ਤਾਂ ਬੜਾ ਮਾਈਲਡ ਹੁੰਦਾ, ਉਹ ਹਸਪੀਟਲ ਨਹੀਂ ਜਾ ਰਹੇ ਔਰ ਉਹ ਕਾਫੀ ਸੋਹਣੀ ਪ੍ਰੋਟੈਕਸ਼ਨ ਉਹਨਾਂ ਨੂੰ ਮਿਲ ਚੁੱਕੀ ਆ। ਹੁਣ ਜਿਹੜੇ ਵੇਰੀਐਂਟਸ ਆ ਇਹਨਾਂ ਦੀ ਤਾਦਾਦ ਲਗਾਤਾਰ ਵੱਧਦੀ ਜਾ ਰਹੀ ਹੈ, BC ਦੇ ਵਿੱਚ ਵੀ, ਆਲ ਓਵਰ ਕੈਨੇਡਾ ਵੀ। ਔਰ ਸਭ ਤੋਂ ਬ੍ਰਿਟਿਸ਼ ਵੇਰੀਐਂਟ ਆ, ਫਿਰ ਬ੍ਰਾਜ਼ੀਲ ਦਾ ਆ, ਫਿਰ ਸਾਊਥ ਅਫਰੀਕਨ ਵੇਰੀਐਂਟ ਆ। ਹੋ ਸਕਦਾ ਹੋਰ ਵੀ ਗਾਂ ਕੋਈ ਹੋਰ ਵੇਰੀਐਂਟਸ ਹੋਣ, ਕਿਉਂਕਿ ਜਿਹੜੇ ਅੰਤਰ ਹੈ ਵਾਇਰਸ ਆਪਣਾ ਮੂੰਹ ਮਾਂਦਰਾ ਚੇਂਜ ਕਰਦਾ ਰਹਿੰਦਾ। ਬਿਲਕੁਲ। ਔਰ BC 'ਚ ਆਪਾਂ ਪਿਛਲੇ ਹਫਤੇ ਦੇਖੀਏ ਤੇ 500 ਦੇ ਲਾਗੇ ਚੱਗੇ ਹੁੰਦੇ ਸੀ ਇੱਕ ਦਿਨ ਤੇ ਕੇਸਿਸ, ਹੁਣ 700 ਦੇ ਲਾਗੇ ਹੋ ਹੀ ਜਾ ਰਹੇ ਆ। ਸੋ ਅੱਧਾ ਹੋਈ ਜਾ ਰਿਹਾ। ਦੂਜੀ ਪ੍ਰੋਬਲਮ ਇਹ ਖੜੀ ਹੋ ਗਈ ਹੈ ਵੀ ਜਿਹੜੇ ਯੰਗ ਵਿਅਕਤੀ ਆ ਉਹ ਵੀ ਹਸਪੀਟਲ ਉਹਨਾਂ ਨੂੰ ਜਾਣਾ ਪੈ ਰਿਹਾ। ਟ੍ਰੈਡੀਸ਼ਨਲੀ ਅਗਰ ਯੰਗ ਨੂੰ ਕੋਵਿਡ ਹੁੰਦਾ ਸੀ ਤਾਂ ਬਹੁਤਾ ਕਰਕੇ ਕਹਿ ਲਓ ਵੀ ਬਹੁਤ ਰੇਅਰਲੀ ਉਹਨਾਂ ਨੂੰ ਹਸਪੀਟਲ ਜਾਣਾ ਪੈਂਦਾ ਸੀ, ਘਰੇ ਠੀਕ ਹੋ ਜਾਂਦੇ ਸੀ, ਕਿਉਂਕਿ ਉਹਨਾਂ ਦੀ ਸਟਰੋਂਗ ਆ, ਇਮਿਊਨ ਸਿਸਟਮ ਸਟਰੋਂਗ ਆ। ਹੁਣ ਅਸੀਂ 30 ਸਾਲ ਦੇ ਵੀ ਦੇਖ ਰਹੇ ਹਾਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਹਸਪੀਟਲ 'ਚ ਦਾਖਲ ਰਹਿਣਾ ਪੈਂਦਾ। ਘੱਟ ਤੋਂ ਘੱਟ 20 ਤੋਂ ਜ਼ਿਆਦਾ ICU 'ਚ ਵੀ ਰਹੇ ਆ ਔਰ 7 ਦੀ ਮੌਤ ਵੀ ਹੋਈ ਆ। ਜਿਹੜੇ ਹੁਣ ਯੰਗ ਆਪਾਂ ਕਵਾਂਗੇ ਇਹ ਨੰਬਰ ਵੱਧਦਾ ਜਾ ਰਿਹਾ, ਚੰਗੀ ਗੱਲ ਨਹੀਂ ਹੈਗੀ। ਔਰ ਮੈਨੂੰ ਲੱਗਦਾ ਵੀ ਜਿਹੜਾ ਇਹਨਾਂ ਦਾ ਰਿਸਕ ਟੇਕਿੰਗ ਬਿਹੇਵੀਅਰ ਆ, ਇਹ ਆਪਣੇ ਇੰਡੋਰ ਪਾਰਟੀਆਂ ਕਰੀ ਜਾ ਰਹੇ ਆ, ਪਬਲਿਕ ਹੈਲਥ ਜਿਹੜੀ ਗਾਈਡਲਾਈਨਸ ਹੈ ਉਹਦੀ ਉਲੰਘਣਾ ਕਰੀ ਜਾ ਰਹੇ ਆ, ਲਿਸਨ ਨਹੀਂ ਕਰ ਰਹੀ ਜਨਤਾ, ਹਨਾ। ਸੋ ਬਹੁਤ ਰਿਸਕੀ ਗੇਮ ਖੇਡ ਰਹੇ ਆ ਆਪਣੇ ਸਰੀਰ ਦੇ ਨਾਲ। ਔਰ ਤੁਸੀਂ ਦੇਖ ਲਓ ਇਹ ਬਕਾਇਦਾ ਇਹ ਨੰਬਰਸ ਜਿਹੜੇ ਹੈਗੇ ਡਾਕਟਰ ਬੋਨੀ ਹੈਨਰੀ ਨੇ ਸਾਡੇ ਨਾਲ ਸ਼ੇਅਰ ਕੀਤੇ ਸੀ। ਜੀ ਇਹ ਗੱਲ ਹੈਗੀ ਹੈ ਵੀ ਸਾਡਾ ਜਿਹੜਾ ਮਾਸ ਵੈਕਸੀਨੇਸ਼ਨ ਰੋਲ ਆਊਟ ਪ੍ਰੋਗਰਾਮ ਹੈ ਉਹ 1 ਹਫ਼ਤੇ ਅਰਲੀ ਹੋ ਗਿਆ, ਕਿਉਂਕਿ ਅਸੀਂ ਬਹੁਤ ਜ਼ਿਆਦਾ ਸਪੀਡ ਫੜੀ ਹੋਈ ਹੈ। ਉਹ ਤਾਂ ਹੈਗਾ ਉਮਰ ਦਾ ਜਿਹੜਾ ਹੈਗਾ ਤਕਾਜ਼ਾ। ਲੇਕਿਨ ਹੁਣ 29 ਤਰੀਕ ਤੋਂ ਜਿਹੜੇ 16 ਸਾਲ ਤੋਂ ਉਸ ਤੋਂ ਵੱਡੀ ਉਮਰ ਦੇ ਜਿਨ੍ਹਾਂ ਨੂੰ ਬੜਾ ਸੰਗੀਨ ਹੈਲਥ ਪ੍ਰੋਬਲਮ ਹੈਗਾ, ਜਿੱਦਾਂ ਵੀ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਹੈਲਥ ਕੰਪਲਿਕੇਸ਼ਨਸ ਹੈਗੀ ਆ, ਉਹਨਾਂ ਨੂੰ ਆਰਗਨ ਟ੍ਰਾਂਸਪਲਾਂਟ ਦਿੱਤੇ ਗਏ ਸੀ ਜਾਂ ਕੈਂਸਰ ਸੀ ਜਾਂ ਕੈਂਸਰ ਦੀ ਟ੍ਰੀਟਮੈਂਟ ਚੱਲ ਰਹੀ ਆ। ਸੋ ਜਿਨ੍ਹਾਂ ਦੀ ਜਿੱਦਾਂ ਹੈਲਥ ਬੜੀ ਡਾਵਾਂਡੋਲ ਹੁੰਦੀ ਆ, ਉਹਨਾਂ ਦੇ ਜਿਹੜੇ ਐਸਟੀਮੇਟ ਕੀਤੇ ਗਏ ਕਰੀਬਨ 200,000 2 ਲੱਖ ਉਹ ਪੇਸ਼ੈਂਟ BC 'ਚ ਹੈਗੇ ਆ। ਸੋ ਉਹਨਾਂ ਨੂੰ ਵੀ ਛੁੱਟੀ ਦਿੱਤੀ ਜਾਏਗੀ ਤਾਂ ਕਿ ਉਹ ਇਮਿਊਨਾਈਜੇਸ਼ਨ ਲਾ ਸਕਣ। ਉਹਦੇ ਵਿੱਚ ਏਜ ਦਾ ਕੋਈ ਨਹੀਂ ਹੋਗਾ, 16 ਸਾਲ ਐਂਡ ਅਬਵ। ਲੇਕਿਨ ਜਦੋਂ ਵਿਅਕਤੀ ਬੁੱਕ ਕਰਨਗੇ ਕਰ ਤਾਂ ਸਕਦੇ ਆ, ਲੇਕਿਨ ਜਦੋਂ ਟੀਕਾ ਲਵਾਉਣ ਜਾਣਗੇ ਇੱਕ ਉਹਨਾਂ ਨੂੰ ਮੇਲ 'ਚ ਆਉਣੀ ਸ਼ੁਰੂ ਹੋ ਜਾਣੀ ਹੋਣੀ, ਕਿਉਂਕਿ ਜਿਹੜਾ ਸਾਡੇ ਕੋਲ ਡਿਜੀਟਲ ਡਾਟਾ ਹੈਲਥ BC ਦੀ ਜਿਹੜੀ ਸਰਕਾਰ ਹੈ ਉਹਦੇ ਕੋਲ ਹੈਗਾ, ਔਰ ਉਸ ਤੋਂ ਲੱਗ ਜਾਂਦਾ ਵੀ ਇਹ ਇਨਸਾਨ ਨੂੰ ਕਿਹੜੇ ਕਿਹੜੇ ਰੋਗ ਸੀ, ਕਿਹੜੀ ਕਿਹੜੀ ਟ੍ਰੀਟਮੈਂਟ ਚੱਲ ਰਹੀ ਹੈ। ਉਹ ਨਾਲ ਲੈਟਰ ਲੈ ਕੇ ਜਾਣਾ ਪਊਗਾ, ਨਹੀਂ ਤਾਂ ਨਹੀਂ ਟੀਕਾ ਲੱਗਣਾ। ਨਹੀਂ ਤਾਂ ਲੋਕ ਕਰਕੇ ਆਪਣੀ ਬੁਕਿੰਗ ਕਰ ਲੈਣਗੇ, ਹਨਾ ਵੀ ਕੋਈ 18 ਸਾਲ 20 ਵਾਲਾ ਵੀ। ਦੂਜੀ ਵੀ ਜਿਹੜੇ ਸਕੂਲ ਦੇ ਹੈਗੇ ਆ, ਜਿਹੜੇ ਅਧਿਆਪਕ ਹੈਗੇ ਆ ਜਾਂ ਵੀ ਸਟਾਫ,
ਔਰ ਜਿਹੜੇ ਫਸਟ ਰਿਸਪੌਂਡਰਸ ਹੈਗੇ ਉਹਨਾਂ ਦੀ ਵਾਰੀ ਹੁਣ ਆ ਰਹੀ ਆ, ਅਪ੍ਰੈਲ ਦੇ ਵਿੱਚ ਸ਼ੁਰੂ ਹੋ ਜਾਣੀ ਆ ਉਹਨਾਂ ਦੀ ਬੁਕਿੰਗ। ਸੋ ਕਹਿਣ ਦਾ ਮੁਰਾਦ ਹੈਗਾ ਵੀ ਸਟੈਪ ਬਾय ਸਟੈਪ ਸਾਰਿਆਂ ਨੂੰ ਇਮੂਨਾਈਜੇਸ਼ਨ ਮਿਲੂਗਾ ਔਰ ਸਾਨੂੰ ਇਮੂਨਾਈਜੇਸ਼ਨ ਲਾਉਣਾ ਚਾਹੀਦਾ, ਕਿਉਂਕਿ ਨਾਲ ਸਾਡੀ ਦੇਖੋ ਮੈਂ ਫੇਅਰ ਕਹੂੰਗਾ, ਕੋਈ ਵੀ ਵੈਕਸੀਨੇਸ਼ਨ ਕਦੀ ਨਹੀਂ ਬਣਨਾ ਜਿਹੜਾ ਵਾਇਰਸ ਤੋਂ 100% ਸਾਨੂੰ ਪ੍ਰੋਟੈਕਟ ਕਰ ਸਕੇ। ਪ੍ਰੋਟੈਕਸ਼ਨ 4 ਜਿਹੜੇ ਹੁਣ ਵੈਕਸੀਨ ਇੱਥੇ ਮੁਹੱਈਆ, ਫਾਈਜ਼ਰ, ਮੋਡਰਨਾ, ਐਸਟਰਾਜ਼ੈਨੇਕਾ ਤੇ ਜੌਨਸਨ ਜੌਨਸਨ, ਉਹ ਸਾਨੂੰ ਐਂਟੀਬਾਡੀਜ਼ ਕ੍ਰੀਏਟ ਕਰਦੇ ਤਾਂ ਕਿ ਅਸੀਂ ਹਸਪੀਟਲ ਨਾ ਐਂਡ ਅਪ ਹੋਈਏ, ਆਈਸੀਯੂ 'ਚ ਅਸੀਂ ਦਾਖਲ ਨਾ ਹੋਈਏ ਔਰ ਸਾਡੀ ਮੌਤ ਨਾ ਹੋਵੇ, ਔਰ ਸਾਰੇ ਹੀ ਸਾਨੂੰ ਸੀਵੀਅਰ ਇਨਫੈਕਸ਼ਨ ਤੋਂ ਬਚਾਓ ਦਿੰਦੇ ਆ। ਸੋ ਬੈਸਟ ਇਹੀ ਆ ਜਿਹੜਾ ਤੁਹਾਡੇ ਮੋਢੇ 'ਚ ਲੱਗ ਗਿਆ ਤੇ ਤੁਹਾਨੂੰ ਐਂਟੀਬਾਡੀਜ਼ ਬਣਾਉਣੀਆਂ ਤੁਹਾਡੀ ਬਾਡੀ 'ਚ ਸ਼ੁਰੂ ਕਰ ਦੂਗਾ। ਡਾਕਟਰ ਪੁਰਜੀ, ਜਿੱਦਾਂ ਤੁਸੀਂ ਬਹੁਤ ਸਾਰੀਆਂ ਗੱਲਾਂ ਮੈਂਸ਼ਨ ਕੀਤੀਆਂ ਕਿ ਇੱਕ ਤਾਂ ਟਰਸਟ ਬਹੁਤ ਜ਼ਰੂਰੀ ਹੈਗਾ ਕਿ ਸਾਨੂੰ 100% ਤਾਂ ਨਹੀਂ ਪਰ ਕੁਝ % ਤਾਂ ਪ੍ਰੋਟੈਕਸ਼ਨ ਜਿਹੜੀ ਉਹ ਮਿਲ ਰਹੀ ਹੈ। ਸਾਨੂੰ ਇਸੇ ਪ੍ਰੋਗਰਾਮ ਦਾ ਵੀ ਇਹੀ ਮਕਸਦ ਹੈ ਕਿ ਅਸੀਂ ਸਾਰਿਆਂ ਤੱਕ ਇਨਫੋਰਮੇਸ਼ਨ ਪਹੁੰਚਾਈਏ ਕਿ ਆਖਿਰ ਵੈਕਸੀਨ ਕਿਉਂ ਲੱਗ ਰਹੀ ਹੈ, ਕਿਵੇਂ ਬਣੀ ਹੈ, ਕਿਸ ਤਰ੍ਹਾਂ ਹੈਗੀ ਹੈ, ਕਿਸ ਤਰ੍ਹਾਂ ਇਫੈਕਟਿਵ ਹੈਗੀ ਹੈ ਤੇ ਕਿਵੇਂ ਸਾਨੂੰ ਬਚਾਊਗੀ। ਇਹ ਹੈ ਕਿ ਉਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈਗਾ, ਕਿਉਂਕਿ ਅਸੀਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਖਬਰਾਂ ਇਸ ਦੀਆਂ ਸੁਣਦੇ ਰਹਿੰਦੇ ਹਾਂ ਕਿ ਇਹ ਵੈਕਸੀਨ ਦੇ ਵਿੱਚ ਇਹ ਹੈ ਜੀ, ਇਹਦੇ ਨਾਲ ਇਹ ਹੋ ਜਾਏਗਾ, ਪਰ ਇਹ ਇਫੈਕਟਿਵ ਹੈ। ਇਸੇ ਲਈ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਮਨਜ਼ੂਰੀ ਦਿੱਤੀ ਹੈ, ਇਸੇ ਕਰਕੇ ਜਿਹੜੀ ਵੈਕਸੀਨ ਆ ਸਾਡੇ ਤੱਕ ਪਹੁੰਚ ਰਹੀ ਹੈ। ਪਰ ਹੁਣ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਤਾਂ ਦੂਜੇ ਪਾਸੇ ਵੇਰੀਐਂਟਸ ਬਹੁਤ ਵੱਧ ਰਹੇ ਆ। ਹੁਣ ਬ੍ਰਾਜ਼ੀਲ ਦਾ ਵੇਰੀਐਂਟ ਨਿਊਯਾਰਕ ਦੇ ਵਿੱਚ ਪਾਇਆ ਗਿਆ। ਜਦੋਂ ਉਹਨਾਂ ਨੇ ਦੇਖਿਆ, ਟੈਸਟਿੰਗ ਕੀਤੀ, ਟ੍ਰੇਸਿੰਗ ਕੀਤੀ, ਤਾਂ ਉਹਨਾਂ ਨੇ ਦੇਖਿਆ ਕਿ ਜਿਹੜੇ ਬਜ਼ੁਰਗ ਦੇ ਵਿੱਚ ਪਾਇਆ ਗਿਆ ਤਾਂ ਬ੍ਰਾਜ਼ੀਲ ਦੇ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ, ਕਿ ਕੋਈ ਵੀ ਉਹਨਾਂ ਦੀ ਟਰੈਵਲ ਹਿਸਟਰੀ ਨਹੀਂ ਹੈ। ਇਹੋ ਜਿਹੇ ਕੇਸ ਭਾਰਤ ਦੇ ਵਿੱਚ ਵੀ ਪਾਏ ਜਾ ਰਹੇ ਨੇ, ਉੱਥੇ ਵੀ ਅਸੀਂ ਪੰਜਾਬ 'ਚ ਦੇਖਿਆ, ਉੱਥੇ ਵੀ ਜਿਹੜਾ UK ਵਾਲਾ ਵੇਰੀਐਂਟ ਆ ਉਹ ਪਾਇਆ ਜਾ ਰਿਹਾ। ਕੈਨੇਡਾ ਦੇ ਵਿੱਚ ਡਾਕਟਰ ਟੈਮ ਨੇ ਕਿਹਾ ਕਿ 90% ਕੇਸ ਅਜਿਹੇ ਆ ਰਹੇ ਨੇ ਐਵਰੀ ਵੀਕ ਜਿਹੜੇ ਵੇਰੀਐਂਟ ਵਾਲੇ ਹੈਗੇ ਨੇ। ਹੁਣ ਵੇਰੀਐਂਟ ਨੂੰ ਲੈ ਕੇ ਕੀ ਡਿਵੈਲਪਮੈਂਟਸ ਨੇ? ਦੇਖੋ ਇਹੀ ਜਿਹੜੀ ਆ ਨਾ ਇਤਿਹਾਸ ਰਿਪੀਟ ਹੋ ਰਿਹਾ ਜਿਹੜਾ ਯੂਰਪ 'ਚ ਸੀ ਜੀ। ਸਤੰਬਰ 'ਚ ਕੈਂਟ 'ਚ ਉੱਕਾ ਪੁੱਕਾ ਕੇਸ ਸੀ ਜਿਹੜਾ ਬ੍ਰਿਟਿਸ਼ ਦਾ ਜਿਹੜਾ ਰੂਪਾਂਤਰ ਆ, ਤੇ ਦਸੰਬਰ 'ਚ ਉਹ ਹਾਹਾਕਾਰ ਮਚੀ ਹੋਈ ਸੀ ਵੀ 70% ਤੋਂ ਜ਼ਿਆਦਾ ਕੇਸਿਸ ਉਹੀ ਸੀ। ਇਹ ਜਿਹੜਾ ਰੂਪਾਂਤਰ ਹੈ ਜਾਂ ਵੇਰੀਐਂਟ ਹੈ, ਇਹਦਾ ਫੈਲਾਅ ਜਾਂ ਇਨਫੈਕਸ਼ਨ ਬਹੁਤ ਫਾਸਟ ਹੁੰਦਾ। ਹੁਣ ਸਾਨੂੰ ਇਹ ਵੀ ਆ ਰਿਹਾ ਵੀ ਅਗਰ ਸਮਝੋ 1000 ਦੇ ਵਿੱਚੋਂ 10 ਵਿਅਕਤੀ ਟ੍ਰੈਡੀਸ਼ਨਲ ਕੋਵਿਡ ਦੇ ਨਾਲ ਹਸਪੀਟਲ ਜਾਂਦੇ ਆ ਤੇ ਵੇਰੀਐਂਟਸ ਦੇ ਨਾਲ 15 ਜਾਣੇ ਪੈਂਦੇ ਆ। ਸੋ 50% ਜ਼ਿਆਦਾ ਇਹਦੀ ਮਾਰ ਹੈਗੀ ਆ, ਜ਼ਿਆਦਾ ਇਨਫੈਕਟਿਵ ਹੈਗਾ, ਔਰ ਯੂਥ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਾ ਰਹੇ ਹਾਂ। ਔਰ ਇਹੀ ਸਾਨੂੰ ਡਰ ਹੈਗਾ ਵੀ ਇਹ ਵੇਰੀਐਂਟ ਹੀ ਜਿਹੜੀ ਹੈਗੀ ਆ ਸ਼ਾਇਦ ਤੀਜੀ ਵੇਵ ਨਾਲ ਸਾਡੇ ਲਈ ਖੜੀ ਕਰੇ, ਔਰ ਉਹਨੂੰ ਜਿਹੜਾ ਸਾਹਮਣਾ ਥੋੜਾ ਔਖਾ ਹੋਊਗਾ, ਕਿਉਂਕਿ ਜਿਹੜੀਆਂ ਵੈਕਸੀਨਸ ਹੈਗੀਆਂ ਸਾਨੂੰ ਪ੍ਰੋਟੈਕਸ਼ਨ ਤਾਂ ਦਿੰਦੀਆਂ, ਲੇਕਿਨ ਜਿਹੜਾ ਵੇਰੀਐਂਟਸ ਆ ਉਹਦੇ ਉੱਤੇ ਅਜੇ ਵੀ ਰਿਸਰਚ ਚੱਲ ਰਹੀ ਹੈ ਕਿੰਨੀ ਪਰਸੈਂਟੇਜ ਪ੍ਰੋਟੈਕਸ਼ਨ ਹੈ। ਜਿਹੜੀ ਫਾਈਜ਼ਰ ਦੀ ਸੀ ਉਹਦੀ ਸੀ ਅਰਾਊਂਡ 60 to 70%, ਜਿਹੜਾ ਬ੍ਰਿਟਿਸ਼ ਰੂਪਾਂਤਰ ਹੈ ਜਿਹੜਾ ਸਾਊਥ ਅਫਰੀਕਨ ਉਹ ਤੇ ਥੋੜੀ ਘੱਟ ਸੀ, ਲੇਕਿਨ ਲੱਕੀਲੀ ਸਾਡੇ ਇੱਥੇ ਸਾਊਥ ਅਫਰੀਕਨ ਵੇਰੀਐਂਟ ਘੱਟ ਆ, ਬ੍ਰਿਟਿਸ਼ ਤੇ ਬ੍ਰਾਜ਼ੀਲ ਜ਼ਿਆਦਾ ਆ। ਜਿਹੜੀ ਜੌਨਸਨ ਐਂਡ ਜੌਨਸਨ ਉਹ ਮਗਰੋਂ ਸ਼ੁਰੂ ਹੋਈ ਸੀ ਰਿਸਰਚ, ਉਹ ਵੈਕਸੀਨ ਐਕਚੁਅਲੀ ਵੇਰੀਐਂਟਸ ਦੇ ਲਈ ਕਾਰਗਰ ਜ਼ਿਆਦਾ ਆ, ਇੱਕ ਡੋਜ਼ ਕੰਮ ਸਰ ਜਾਂਦਾ। ਸੋ ਇਹ ਹੁਣ ਇਹੀ ਆ ਵੀ ਆਪਾਂ ਫਾਸਟ, ਜਿੰਨਾ ਫਾਸਟ ਸਾਡਾ ਇਮੂਨਾਈਜੇਸ਼ਨ ਪ੍ਰੋਗਰਾਮ ਚੱਲੂਗਾ ਉਨੀ ਛੇਤੀ ਸਾਡੀ ਐਂਟੀਬਾਡੀਜ਼ ਬਣਨਗੀਆਂ, ਸਾਡੀ ਸਮਰੱਥਾ ਹੋਊਗੀ। ਦੇਖੋ ਕੋਵਿਡ ਕਦੀ ਵੀ ਧਰਤੀ ਤੋਂ ਨਹੀਂ ਜਾਊਗਾ, ਇਹਦੇ ਨਾਲ ਸਾਨੂੰ ਜੂਝਣਾ ਪਊਗਾ, ਹਰ ਸਿਆਲ ਸਾਨੂੰ ਲੜਨਾ ਪਊਗਾ, ਲੇਕਿਨ ਸਾਨੂੰ ਇਖਤਿਆਰ ਵਰਤਣਾ ਪੈਣਾ। ਵੈਕਸੀਨੇਸ਼ਨ ਇੱਕੋ ਹੀ ਸੋਰਸ ਹੈਗਾ ਜਿਹਦੇ ਨਾਲ ਸਾਡੇ ਵਿੱਚ ਐਂਟੀਬਾਡੀਜ਼ ਬਣ ਸਕਦੀਆਂ, ਜਾਂ ਨੈਚੁਰਲ ਇਨਫੈਕਸ਼ਨ। ਨੈਚੁਰਲ ਇਨਫੈਕਸ਼ਨ ਦਾ ਰਿਸਕ ਬੜਾ ਜ਼ਿਆਦਾ, ਜੋ ਕਈ ਵਾਰ ਹਸਪੀਟਲ ਜਾਣਾ ਪੈਂਦਾ, ਕਈ ਵਾਰ ਆਈਸੀਯੂ, ਕਈ ਵਾਰ ਡੈਥ ਵੀ ਹੁੰਦੀ ਆ। ਸੋ ਇਹ ਕੰਟਰੋਲਡ ਐਨਵਾਇਰਨਮੈਂਟ ਹੈ, ਤੁਹਾਡੀ ਬੋਡੀ 'ਚ ਐਂਟੀਬਾਡੀਜ਼ ਬਣਾਉਂਦੇ ਆ, ਇਹ ਸੇਫ ਆ, ਤੁਹਾਡੇ ਵਿੱਚ ਕੋਈ ਚੇਂਜਸ ਨਹੀਂ ਲੈ ਕੇ ਆਉਂਦੇ, ਕੋਈ ਸਾਈਡ ਇਫੈਕਟ ਨਹੀਂ ਹੈਗੀ। ਔਰ ਜਿਹੜੀ ਐਸਟਰਾਜ਼ੈਨੇਕਾ ਦੀ ਜਿਹੜੀ ਉਹ ਕਲੌਟਿੰਗ ਦੀ ਸਮੱਸਿਆ ਸੀ ਉਹ ਹੁਣ ਆਊਟ ਆ, ਮੈਡੀਕਲ ਜਰਨਲਸ 'ਚ ਵੀ ਪਬਲਿਸ਼ ਹੋ ਗਿਆ ਵੀ ਉਹ ਸਿਰਫ ਐਸੋਸੀਏਸ਼ਨ ਸੀ। ਸੋ ਯੂਰਪ 'ਚ ਵੀ ਐਸਟਰਾਜ਼ੈਨੇਕਾ ਲੱਗ ਰਹੀ ਹੈ, ਵਰਲਡ ਵਾਈਡ ਬਹੁਤ ਕੰਟਰੀਆਂ 'ਚ ਐਕਚੁਅਲੀ ਐਸਟਰਾਜ਼ੈਨੇਕਾ ਹੀ ਜਿਹੜੀ ਆਕਸਫੋਰਡ ਵਾਲੀ ਆ ਉਹੀ ਲੱਗ ਰਹੀ ਹੈ, ਜਿਹੜੀ ਖਾਸ ਕਰਕੇ ਹਿੰਦੁਸਤਾਨ 'ਚ। ਬਿਲਕੁਲ, ਸਾਨੂੰ ਵੀ ਹੁਣ BC ਦੇ ਵਿੱਚ ਵੀ ਜਿਹੜੀ ਫਰੰਟ ਲਾਈਨ ਵਰਕਰਸ ਨੂੰ ਦਿੱਤੀਆਂ ਜਾਣਗੀਆਂ ਡੋਜ਼ਸ, ਉਹਦੇ ਵਿੱਚ ਵੀ ਐਸਟਰਾਜ਼ੈਨੇਕਾ ਦੀਆਂ ਡੋਜ਼ਸ ਜਿਹੜੀਆਂ ਨੇ ਉਹ ਜ਼ਿਆਦਾਤਰ ਸਾਨੂੰ ਮਿਲ ਰਹੀਆਂ ਨੇ। ਹੁਣ ਐਸਟਰਾਜ਼ੈਨੇਕਾ ਜਿਹੜੀ ਹੈ ਉਹ ਸਾਨੂੰ US ਤੋਂ ਵੀ ਮਿਲ ਰਹੀ ਹੈ, ਪਰ EU ਦੀ ਜਦੋਂ ਗੱਲ ਕਰਦੇ ਹਾਂ ਤਾਂ EU ਨੇ ਸਭ ਤੋਂ ਪਹਿਲਾਂ ਪਾਬੰਦੀਆਂ ਲਗਾਈਆਂ ਸੀ ਐਸਟਰਾਜ਼ੈਨੇਕਾ ਦੇ ਉੱਤੇ। ਹੁਣ EU ਨੇ ਜਦੋਂ ਡਿਲੀਵਰ ਕਰਨੀ ਹੈ ਵੈਕਸੀਨ, ਉਹਨਾਂ ਦੇ ਉੱਤੇ ਵੀ ਟਫ ਜਿਹੜੇ ਰੂਲ ਕਰ ਦਿੱਤੇ ਆ, ਪਰ ਕੈਨੇਡਾ ਨੂੰ ਕੋਈ ਇਫੈਕਟ ਨਹੀਂ ਪੈਣਾ ਉਹਦੇ ਨਾਲ। ਹੁਣ ਐਸਟਰਾਜ਼ੈਨੇਕਾ ਦੀ ਤੁਸੀਂ ਗੱਲ ਕੀਤੀ ਹੈ, US ਦੇ ਵਿੱਚ ਵੀ ਦੁਬਾਰਾ ਟਰਾਇਲ ਹੋਇਆ ਉੱਥੇ,
79% ਇਫੈਕਟਿਵ ਉਹਨਾਂ ਨੇ ਵੀ ਦੱਸਿਆ ਕਿ ਜਿੰਨੀ ਅਸੀਂ ਸੋਚ ਰਹੇ ਸੀ ਉਸ ਤੋਂ ਜ਼ਿਆਦਾ ਇਫੈਕਟਿਵ ਪਾਈ ਗਈ ਹੈ ਟ੍ਰਾਇਲ ਦੇ ਵਿੱਚ। ਪਰ ਯੂਐਸ ਦੇ ਵਿੱਚ ਹੀ ਹੈਲਥ ਡਿਪਾਰਟਮੈਂਟ ਦੇ ਵੱਲੋਂ ਵੀ ਕੰਸਰਨ ਜਤਾਏ ਜਾ ਰਹੇ ਐਸਟਰਾਜੈਨਿਕਾ ਨੂੰ ਲੈ ਕੇ। ਹੁਣ ਐਸਟਰਾਜੈਨਿਕਾ ਜਿਹੜਾ ਉਹ ਸੈਂਟਰ ਆਫ ਕੰਸਰਨ ਕਾਹਤੋਂ ਬਣ ਗਿਆ, ਕਿ ਕਿਸ ਗੱਲ ਤੋਂ ਬਣ ਗਈ ਹੈ? ਦੇਖੋ ਕਈ ਵਾਰ ਏਦਾਂ ਹੁੰਦਾ ਨਾ ਵੀ ਕੋਈ ਵਿਅਕਤੀ ਜਿੱਦਾਂ ਯੂਰਪ 'ਚ ਹੋਇਆ ਵੀ ਕੁਝ ਲੋਕਾਂ ਦੇ ਕਲੌਟਿੰਗ ਹੋਈ ਸੀ, ਲੇਕਿਨ ਜਦੋਂ ਆਪਾਂ ਰਿਸਰਚ ਨੂੰ ਦੇਖਿਆ ਸਿਰਫ 37 ਲੋਕਾਂ ਨੂੰ ਕਲੌਟਿੰਗ ਹੋਈ ਸੀ 15 ਮਿਲੀਅਨ ਡੋਸਿਸ ਵਿੱਚੋਂ। ਲੇਕਿਨ ਗੱਲ ਇਹ ਹੁੰਦੀ ਹੈ ਨਾ, ਜਿਹੜੀ ਬੁਰੀ ਖਬਰ ਆ ਉਹ ਬਹੁਤ ਛੇਤੀ ਅੱਗ ਫੜਦੀ ਆ, ਜਿਹੜੀ ਖਬਰ ਆ ਉਹ ਕਈ ਵਾਰ ਪਬਲਿਸ਼ ਨਹੀਂ ਹੁੰਦੀ। ਸੋ ਬਾਅਦ ਚੋਂ ਡੇਟਾ ਐਨਾਲਿਸਿਸ ਹੋਇਆ, ਸਾਰਾ ਰਿਸਰਚ ਚੈੱਕ ਕੀਤਾ, ਸੋ ਉਹਦੇ ਵਿੱਚ ਕੋਈ ਵੀ ਸਾਨੂੰ ਇਹੋ ਜਿਹੀ ਗੱਲ ਨਹੀਂ ਆਈ। ਦੇਖੋ ਹਮੇਸ਼ਾ ਸਾਨੂੰ ਰਿਸਕ ਔਰ ਬੈਨੀਫਿਟ ਜਿਹੜੇ ਹੈਗੇ ਦੋਵੇਂ ਲੈ ਕੇ ਚੱਲਣੇ ਪੈਣੇ ਆ ਨਾ। ਕੋਈ ਚੀਜ਼, ਕੋਈ ਵੀ ਦਵਾਈ ਜਿਹੜੀ ਹੈਗੀ ਆ, ਸਮਝੋ ਅਸੀਂ ਪੇਸ਼ੈਂਟ ਨੂੰ, ਵੈਕਸੀਨ ਦੀ ਗੱਲ ਨਹੀਂ ਕਰ ਰਹੇ, ਕੋਈ ਪੇਸ਼ੈਂਟ ਨੂੰ ਲਿਖ ਕੇ ਦੇਈਦੀ ਆ, ਉਦੋਂ ਪਹਿਲਾਂ ਅਸੀਂ ਦੇਖੀਦਾ ਵੀ ਇਹਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ ਜ਼ਿਆਦਾ, ਉਹਦਾ ਬੈਨੀਫਿਟ ਕਿੰਨਾ ਹੋਊਗਾ ਇਨਸਾਨ ਨੂੰ ਜਿਹਨੇ ਮਤਲਬ ਉਸ ਰੋਗ ਵਾਸਤੇ ਦਵਾਈ ਲੈਣੀ ਹੈ। ਸੋ ਹਮੇਸ਼ਾ ਮੈਡੀਸਿਨ 'ਚ ਰਿਸਕ ਔਰ ਬੈਨੀਫਿਟ ਚੱਲਦਾ। ਸੋ ਇਸ ਵੇਲੇ ਐਸਟਰਾਜ਼ੈਨੇਕਾ ਦਾ ਰਿਸਕ ਤਾਂ ਬਹੁਤ ਘੱਟ ਆ ਤੇ ਬੈਨੀਫਿਟ ਬਹੁਤ ਹੀ ਜ਼ਿਆਦਾ ਆ, ਕਿਉਂਕਿ ਅਸੀਂ ਮਹਾਮਾਰੀ ਦੇ ਵਿੱਚ ਅਸੀਂ ਸ਼ਾਮਿਲ ਆ। ਸੋ ਉਹਦੇ ਵਿੱਚ ਸਾਨੂੰ ਪ੍ਰੋਟੈਕਸ਼ਨ ਤਾਂ ਮਿਲੂਗੀ, ਲੇਕਿਨ ਰਿਸਕ ਕਹੀਏ ਤੇ ਐਕਸਟ੍ਰੀਮਲੀ ਲੋ ਆ। ਸੋ ਰਿਸਕ ਤਾਂ ਦੇਖੋ, ਹੁਣ ਮੈਂ ਕਾਰ ਡਰਾਈਵ ਕਰਦਾ ਰੋਜ਼, ਤਾਂ ਰੋਡ ਦੇ ਉੱਤੇ ਭਾਵੇਂ ਮੈਂ ਸਹੀ ਜਗ੍ਹਾ ਚਲਾ ਰਿਹਾ, ਮਾੜਾ ਜਿਹਾ ਰਿਸਕ ਤਾਂ ਹੈਗਾ ਨਾ ਐਕਸੀਡੈਂਟ ਹੋਣ ਦਾ। ਕੋਈ ਲਾਈਟ ਲਾਲ ਟੱਪ ਕੇ ਆ ਗਿਆ ਜਾਂ ਪਿੱਛੋਂ ਦੀ ਬ੍ਰੇਕਾਂ ਕਿਸੇ ਦੀਆਂ ਠੀਕ ਨਹੀਂ ਲੱਗੀਆਂ, ਸੋ ਰਿਸਕ ਤਾਂ ਹਮੇਸ਼ਾ ਰਹੂਗਾ, ਜ਼ੀਰੋ ਕਦੀ ਨਹੀਂ ਹੋਏਗਾ ਕੋਈ ਵੀ ਚੀਜ਼ 'ਚ। ਲੇਕਿਨ ਸਾਨੂੰ ਮੈਡੀਕਲ ਫੈਕਲਟੀ ਨੂੰ ਪੂਰੀ ਭਰੋਸਾ ਆ, ਪੂਰਾ ਭਰੋਸਾ ਵੀ ਇਸ ਚਾਰੋਂ ਵੈਕਸੀਨ ਜਿਹੜੀਆਂ ਕੈਨੇਡਾ 'ਚ ਮਾਨਤਾ ਦਿੱਤੀਆਂ ਇਹ ਚੰਗੀਆਂ ਨੇ, ਇਹ ਤੁਹਾਨੂੰ ਪ੍ਰੋਟੈਕਸ਼ਨ ਦਿੰਦੀਆਂ ਨੇ ਔਰ ਸੇਫ ਨੇ, ਔਰ ਰਿਸਕ ਇਹਨਾਂ ਦੇ ਐਕਸਟ੍ਰੀਮਲੀ ਲੋ ਆ ਔਰ ਬੈਨੀਫਿਟ ਐਕਸਟ੍ਰੀਮਲੀ ਹਾਈ ਆ। ਜੀ ਡਾਕਟਰ ਭੁੱਜੀ, ਤੁਸੀਂ ਮੈਂਸ਼ਨ ਕੀਤਾ ਕਿ ਕੋਵਿਡ ਜਿਹੜਾ ਧਰਤੀ ਤੇ ਰਹੂਗਾ, ਉਹ ਸਾਨੂੰ ਹਰ ਸਿਆਲ ਦੇ ਵਿੱਚ ਆ ਕੇ ਤੰਗ ਕਰੂਗਾ, ਸਾਨੂੰ ਪ੍ਰੀਕਾਸ਼ਨਸ ਲੈਣੇ ਪੈਣੇ ਆ। ਸਾਨੂੰ ਹਜੇ ਇਹ ਵੀ ਨਹੀਂ ਪਤਾ ਕਿ ਜਿਹੜੀਆਂ ਵੈਕਸੀਨ ਹੈਗੀਆਂ ਨੇ ਉਹ ਸਾਨੂੰ 6 ਮਹੀਨੇ ਬਾਅਦ ਲਗਵਾਉਣੀਆਂ ਪੈਣੀਆਂ, ਸਾਲ ਬਾਅਦ ਲਗਵਾਉਣੀਆਂ ਪੈਣੀਆਂ, 10 ਸਾਲ ਬਾਅਦ ਲਗਵਾਉਣੀਆਂ ਪੈਣੀਆਂ, ਅਜੇ ਸਾਨੂੰ ਕੁਝ ਵੀ ਨਹੀਂ ਪਤਾ। ਇੱਕ ਵਾਰ ਸਭ ਨੂੰ ਸਿਕਿਉਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਰੇ ਸੁਰੱਖਿਅਤ ਹੋਣ, ਤਾਂ ਕਿ ਦੁਬਾਰਾ ਤੋਂ ਇਕੋਨਮੀ ਵੀ ਟਰੈਕ ਤੇ ਆਵੇ, ਲੋਕ ਵੀ ਜਿਹੜੇ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਉਹ ਯਾਤਰਾ ਕਰ ਸਕਣ। ਹੁਣ ਯਾਤਰਾ ਦੇ ਜਦੋਂ ਪਾਸਪੋਰਟ ਦੀ ਗੱਲ ਆਉਂਦੀ ਹੈ ਕਿ ਪਾਸਪੋਰਟ ਬਣ ਜਾਣ, ਹੁਣ ਉਧਰ ਜਦੋਂ ਯੂਕੇ ਦੇ ਵਿੱਚ ਪੁੱਛਿਆ ਗਿਆ ਤਾਂ ਉੱਥੇ ਉਹਨਾਂ ਨੇ ਕਿਹਾ ਕਿ ਡਿਸਕ੍ਰਿਮੀਨੇਸ਼ਨ ਹੋਊਗੀ। ਤੁਸੀਂ ਵੀ ਪਿਛਲੇ ਹਫਤੇ ਐਕਸਪਲੇਨ ਕੀਤਾ ਸੀਗਾ ਕਿ ਇਹਦੇ ਵਿੱਚ ਕਈ ਲੋਕ ਜਿਹੜੇ ਵੈਕਸੀਨ ਨਹੀਂ ਲਗਵਾ ਪਾਉਣਗੇ ਕਿਸੇ ਕਾਰਨ ਕਰਕੇ, ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋਊਗੀ। ਪਰ ਪਾਸਪੋਰਟ ਦੀ ਗੱਲ ਅਜੇ ਵੀ ਚੱਲ ਰਹੀ ਹੈ ਕਿ ਜੇ ਅਸੀਂ ਕਿਸੇ ਦੇਸ਼ ਦੀ ਯਾਤਰਾ ਕਰਨੀ ਹੈ ਤਾਂ ਪਾਸਪੋਰਟ ਚਾਹੀਦੇ ਹੋਣਗੇ। ਤੁਹਾਨੂੰ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪਾਸਪੋਰਟ ਆ ਉਹ ਜਾਰੀ ਕਰ ਦਿੱਤੇ ਜਾਣਗੇ? ਦੇਖੋ ਇਹ ਵਾਦ ਵਿਵਾਦ ਦਾ ਵਿਸ਼ਾ ਹੈਗਾ, ਲੇਕਿਨ ਜਿਹੜੀ G7 ਕੰਟਰੀਜ਼ ਹੈ ਜਿਹਦੇ ਵਿੱਚ ਕੈਨੇਡਾ ਵੀ ਸ਼ਾਮਿਲ ਹੁੰਦਾ, ਸਾਰੇ ਕੰਟਰੀ ਦਾ ਇਹੀ ਪ੍ਰਸਤਾਵ ਹੈਗਾ ਵੀ ਇੰਟਰਨੈਸ਼ਨਲ ਟਰੈਵਲਿੰਗ, ਜਿਹੜੇ ਤੁਸੀਂ ਦੇਸ਼ ਤੋਂ ਦੂਜੇ ਦੇਸ਼ ਤੇ ਜਾਣਾ, ਕੋਈ ਨਾ ਕੋਈ ਕੋਵਿਡ ਦਾ ਪ੍ਰੋਟੈਕਸ਼ਨ ਉਸ ਇਨਸਾਨ ਨੂੰ ਮਿਲਿਆ ਹੋਣਾ ਚਾਹੀਦਾ, ਤਾਂ ਕਿ ਉਹ ਫੈਲਾਵੇ ਨਾ ਤੇ ਨਾ ਹੀ ਉੱਥੋਂ ਦੀ ਸਿੱਖ ਹੋਵੇ, ਹੈ ਨਾ। ਅਗਰ ਸਮਝੋ ਮੈਨੂੰ ਕੋਵਿਡ ਵੈਕਸੀਨੇਸ਼ਨ ਨਹੀਂ ਲੱਗੀ, ਮੈਂ ਕੋਈ ਐਮਰਜੈਂਸੀ ਕਰਕੇ ਕਿੱਥੇ ਚਲੇ ਜਾਂਦਾ ਤਾਂ ਮੇਰਾ ਰਿਸਕ ਹੈਗਾ ਉੱਥੇ ਕੋਵਿਡ ਹੋਣ ਦਾ, ਰਾਈਟ। ਸੋ ਅਗਰ ਮੈਂ ਕੈਨੇਡੀਅਨ ਸਿਟੀਜ਼ਨ ਹੈ ਤਾਂ ਕੈਨੇਡੀਅਨ ਗਵਰਨਮੈਂਟ ਔਰ ਜਿਹੜਾ ਮੇਰਾ ਚਾਰਟਰ ਆਫ ਰਾਈਟ ਹੈ, ਮੇਰਾ ਪਾਸਪੋਰਟ ਮੈਨੂੰ ਬਹੁਤ ਉਸ ਕੰਟਰੀ 'ਚ ਵੀ ਹੈਲਪ ਕਰਦਾ ਅਗਰ ਮੈਨੂੰ ਕੋਈ ਐਮਰਜੈਂਸੀਜ਼ ਪੈਂਦੀਆਂ। ਲੇਕਿਨ ਗੱਲ ਇਹ ਸਾਹਮਣੇ ਆਉਂਦੀ ਆ ਵੀ ਮੈਨੂੰ ਲੱਗਦਾ ਵੀ ਇੰਟਰਨੈਸ਼ਨਲ ਟਰੈਵਲਿੰਗ 'ਚ ਇਹ ਰਿਕੁਆਇਰਮੈਂਟਸ ਰਹੂਗੀ ਵੀ ਤੁਹਾਨੂੰ ਪ੍ਰੋਪਰ ਇਮੂਨਾਈਜੇਸ਼ਨ ਲੱਗਾ ਕਿ ਨਹੀਂ ਲੱਗਾ, ਉਹ ਇੱਕ ਪਾਰਟ ਬਣ ਜਾਊਗਾ ਵੀਜ਼ਾ ਮਿਲਣ ਦਾ ਜਾਂ ਟਰੈਵਲਿੰਗ ਦਾ, ਜਾਂ ਫਿਰ ਉਹ 에ਅਰਲਾਈਨਸ ਜਿਹੜੀ ਟਿਕਟਾਂ ਤਾਂ ਹੀ ਬੁੱਕ ਹੋਣਗੀਆਂ, ਜਾਂ ਫਿਰ ਤੁਹਾਨੂੰ ਇਮੂਨਾਈਜੇਸ਼ਨ ਲੱਗਾ। ਜਿਹੜਾ ਕੈਨੇਡਾ ਦੇ ਵਿੱਚ ਟਰੈਵਲਿੰਗ ਆ, ਮੇਰੇ ਖਿਆਲ ਨਾਲ ਉੱਥੇ ਹਰ ਪ੍ਰੋਵਿੰਸ ਇਹਦੇ ਉੱਤੇ ਆਪਣਾ ਆਪਣਾ ਪ੍ਰਤੀਕਰਮ ਦਊਗੀ। ਮੈਨੂੰ ਨਹੀਂ ਲੱਗਦਾ ਵੀ ਇੰਨੀ ਸਖਤੀ ਹੋਊਗੀ, ਕਿਉਂਕਿ ਅਗਰ ਆਪਾਂ ਪੂਰਾ ਕੈਨੇਡਾ ਇਮੂਨਾਈਜੇਸ਼ਨ ਕਰ ਲੈਂਦੇ ਆ ਲਗਭਗ, ਦੇਖੋ ਹਰਡ ਇਮਿਊਨਿਟੀ 'ਚ 70% ਚਾਹੀਦਾ, 30% ਕੁਛ ਵਿਅਕਤੀ ਹੈ, ਕੋਈ ਇਹੋ ਜਿਹੀ ਕੰਡੀਸ਼ਨ ਹੋ ਜਾਂਦੀ ਆ ਜਾਂ ਉਹਨਾਂ ਦੇ ਮੈਡੀਕਲ ਰੋਗ ਇਹੋ ਜਿਹੇ ਆ ਜਾਂ ਉਹਨਾਂ ਦਾ ਜੀ ਨਹੀਂ ਕਰਦਾ। ਸੋ ਅਸੀਂ ਨਹੀਂ ਚਾਹੁੰਦੇ ਵੀ 2 ਕਲਾਸਿਸ ਬਣ ਜਾਣ, ਵੀ ਜਿਹਨੇ ਲਾਇਆ ਉਹ ਵਿਤਕਰਾ ਕਰੇ ਵੀ ਜਿਹਨੇ ਹੈ ਨਾ ਉਹਦੇ ਨਾਲ। ਸੋ ਅਸੀਂ ਇਹ ਵੀ ਨਹੀਂ ਚਾਹੁੰਦੇ, ਕਿਉਂਕਿ ਆਲਰੇਡੀ ਤੁਸੀਂ ਦੇਖੋ ਜਿਹੜੇ ਏਸ਼ੀਅਨ ਜਾਂ ਓਰੀਐਂਟਲ ਮੂਲ ਦੇ, ਉਹਨਾਂ ਦੇ ਅਗੇਂਸਟ ਕਾਫੀ ਹੇਟ ਕ੍ਰਾਈਮਸ ਜਾਂ ਦੂਜੀਆਂ ਜਿਹੜੀਆਂ ਰੇਸਿਜ਼ਮ ਹੁੰਦੀਆਂ, ਕਿਉਂਕਿ ਅਜੇ ਵੀ ਲੋਕਾਂ ਨੂੰ ਨਫ਼ਰਤ ਹੈਗੀ ਹੈ। ਇਸ ਲਈ ਅਸੀਂ ਵੂਹਾਨ ਵਾਇਰਸ ਨੂੰ ਚੇਂਜ ਕਰਕੇ ਕੋਵਿਡ ਦਾ ਨਾਮ ਰੱਖਿਆ ਸੀ, ਕਿਉਂਕਿ ਜਿਹੜੇ ਮਨੁੱਖ ਹੈਗੇ ਆ ਉਹ ਤੇ ਰੱਬ ਦੇ ਬਣਾਏ ਬੰਦੇ ਹੈਗੇ ਹੈ ਨਾ। ਸੋ ਹੋਣਾ ਹੀ ਸੀ, ਹੁਣ ਚਲੋ ਉਸ ਪਾਸੋਂ ਆ ਗਿਆ, ਲੇਕਿਨ ਵਾਇਰਸ ਨੇ ਤੇ ਹੋਣਾ ਸੀ, ਉਹ ਗੱਲ ਨੂੰ ਆਪਾਂ ਮੰਨ ਲਈਏ, ਹੁਕਮ ਮੰਨਣਾ ਹੀ ਪੈਣਾ ਉਸ ਪਰਮਾਤਮਾ।
ਡਾਕਟਰ ਪੁਰਜੀ ਦੋ ਕੁਐਸਚਨ ਆ ਜਿਹੜੇ ਇੰਟਰ ਰਿਲੇਟ ਕਰਕੇ ਮੈਂ ਤੁਹਾਡੇ ਤੋਂ ਪੁੱਛਣ ਲੱਗੀ ਆ। ਇੱਕ ਤਾਂ ਇਹ ਕਿ ਵੈਕਸੀਨ ਤੋਂ ਬਾਅਦ ਦੇ ਲੋਕ ਸਾਰੇ ਸਵਾਲ ਪੁੱਛਦੇ ਆ ਕਿ ਵੈਕਸੀਨ ਲੱਗ ਗਈ ਹੁਣ ਕੀ ਹੋਊਗਾ। ਡਾਕਟਰ ਟੈਮ ਨੂੰ ਵੀ ਪੁੱਛਿਆ ਗਿਆ ਕਿ ਵੈਕਸੀਨ ਜਦੋਂ ਸਾਰਿਆਂ ਨੂੰ ਲੱਗ ਜੂਗੀ, ਕਿਉਂਕਿ ਸੈਪਟੰਬਰ ਤੱਕ ਕਹਿੰਦੇ ਕਿ ਸਾਡਾ ਗੋਲ ਆ ਅਸੀਂ ਸਾਰਿਆਂ ਨੂੰ ਵੈਕਸੀਨ ਲਗਾ ਦੇਣੀ ਆ, ਕੀ ਉਸ ਤੋਂ ਬਾਅਦ ਸਾਨੂੰ ਮਾਸਕ ਪਾਉਣੇ ਪੈਣੇ ਆ? ਤਾਂ ਉਹਨਾਂ ਦਾ ਜਵਾਬ ਸੀ ਹਾਂ ਬਿਲਕੁਲ ਸਾਨੂੰ ਮਾਸਕ ਜਿਹੜੇ ਨੇ ਉਹ ਪਾਉਣੇ ਹੀ ਪੈਣੇ ਨੇ। ਹੁਣ ਦੂਜੇ ਪਾਸੇ US ਦੇ ਵਿੱਚ ਦੇਖਿਆ ਤਾਂ ਮਾਸਕ ਦੇ ਨਾਲ ਨਾਲ ਦੂਜਾ ਰੂਲ ਹੈਗਾ ਕਿ ਤੁਸੀਂ 6 ਮੀਟਰ ਦੀ ਜਿਹੜੀ 6 ਫੁੱਟ ਦੀ ਦੂਰੀ ਆ ਉਹ ਬਣਾ ਕੇ ਰੱਖੋ। ਹੁਣ US ਦੇ ਸਕੂਲਾਂ ਨੇ ਕਹਿ ਦਿੱਤਾ ਕਿ ਅਸੀਂ ਇਹ ਦੇਖ ਰਹੇ ਹਾਂ, CDC ਕਹਿੰਦੀ ਹੈ ਕਿ 3 ਮੀਟਰ ਦੀ ਜਿਹੜੀ ਦੂਰੀ ਆ 3 ਫੁੱਟ ਦੀ ਦੂਰੀ ਆ ਉਹ ਵੀ ਜਿਹੜੀ ਆ ਉਹ ਵਰਕ ਕਰ ਰਹੀ ਹੈ, ਕਿਉਂਕਿ ਜਿੰਨੇ ਕੇਸ 6 ਫੁੱਟ ਦੀ ਦੂਰੀ ਦੇ ਆ ਉਨੇ ਹੀ 3 ਫੁੱਟ ਦੀ ਦੂਰੀ ਦੇ ਉੱਤੇ ਰਿਕਾਰਡ ਕੀਤੇ ਜਾ ਰਹੇ ਨੇ। ਸੋ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈ ਰਿਹਾ। ਸੋ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਡਿਸਟੈਂਸ ਹੈਗੀ ਆ ਉਹ ਘਟਾ ਦਿੱਤੀ ਜਾਊਗੀ? ਕਿਉਂਕਿ ਕੈਨੇਡਾ ਨੇ ਕਹਿ ਦਿੱਤਾ ਕਿ ਅਸੀਂ ਸਕੂਲਾਂ ਦੇ ਵਿੱਚ ਅਜੇ 6 ਫੁੱਟ ਦੀ ਦੂਰੀ ਉਹੀ ਬਣਾ ਕੇ ਰੱਖਣੀ ਆ, 3 ਅਸੀਂ ਹਜੇ ਨਹੀਂ ਕੰਸੀਡਰ ਕਰ ਰਹੇ ਤੇ ਮਾਸਕ ਅਸੀਂ ਪਾਉਣੇ ਲਾਜ਼ਮੀ ਕਰ ਰਹੇ ਹਾਂ। ਕੀ ਕਹੋਗੇ? ਦੇਖੋ, ਮਾਸਕ ਤਾਂ ਮੈਨੂੰ ਲੱਗਦਾ ਵੀ ਅਗਲੇ ਸਾਲ ਤੱਕ ਸਾਨੂੰ ਲਾਉਣੇ ਹੀ ਪੈਣੇ ਆ, ਕਿਉਂਕਿ ਈਵਨ ਦੋ ਵੈਕਸੀਨੇਸ਼ਨ ਲੱਗ ਜਾਂਦੀ ਹੈ, ਮੰਨ ਲਿੱਤੀ ਗੱਲ ਹੈ ਨਾ, ਲੇਕਿਨ ਜਦ ਤੱਕ ਇਹਦੇ ਨੰਬਰ, ਇਹਦੀ ਐਡਮਿਸ਼ਨਸ ਔਰ ਇਹਦੇ ਡੈਥ ਨਹੀਂ ਘਟਦੇ ਤਦ ਤੱਕ ਇਹਦੀ ਜਿਹੜੀ ਪੈਂਡੇਮਿਕ ਹੈ ਚੱਲੂਗੀ। ਵੈਕਸੀਨ ਇੱਕ ਪੀਸ ਆਫ ਪਜ਼ਲ ਹੈਗਾ। ਦੂਜੀ ਗੱਲ ਹੈਗੀ ਆ ਵੀ ਜਿਹੜਾ ਕੈਨੇਡਾ ਦਾ ਜਿਹੜਾ ਸਾਡਾ ਲੈਂਡ ਮਾਸ ਹੈਗਾ, ਸਾਈਜ਼ ਹੈਗਾ, ਬਹੁਤ ਵਿਸ਼ਾਲ ਹੈਗਾ, ਬਹੁਤ ਵੱਡੀ ਕੰਟਰੀ ਆ ਔਰ ਪੋਪੂਲੇਸ਼ਨ ਅਮਰੀਕਾ ਤੋਂ 10 ਗੁਣਾ ਘੱਟ ਹੈ ਆਟੇ ਸਟੇ, ਹੈ ਨਾ। ਅਸੀਂ 38 ਮਿਲੀਅਨ ਹੈ, ਉਹ 380 ਮਿਲੀਅਨ ਹੈ। ਉੱਥੇ ਸਘਣੀ ਗੈਦਰਿੰਗ ਹੈਗੀ ਆ। ਸੋ ਇਸ ਲਈ ਹਰ ਕੰਟਰੀ ਆਪਣੇ ਆਪਣੇ ਰੂਲਸ ਰੈਗੂਲੇਸ਼ਨ ਬਣਾਉਂਦੀ ਹੈ। ਸਾਨੂੰ ਕੋਈ ਬਿਪਤਾ ਨਹੀਂ ਪਈ, ਸਾਡੇ ਕੋਲ ਬਹੁਤ ਜਗ੍ਹਾ ਪਈ ਹੈ, ਜਿਵੇਂ ਵੀ ਵਿਸ਼ਾਲ ਜਿਹੜਾ ਹੈਗਾ ਲੈਂਡ ਮਾਸ ਹੈਗਾ। ਦੇਖੋ, ਮੈਂ ਇਹ ਵੀ ਕਹਿਣਾ ਵੀ 6 ਫੁੱਟ ਮਿਣ ਕੇ ਵੀ ਨਹੀਂ ਖਲੋਣਾ, ਅੱਟੇ ਸੱਟੇ ਹੁੰਦਾ। 6 ਦੀ ਜਗ੍ਹਾ 7 8 9 ਫੁੱਟ ਦੂਰ ਵੀ ਖਲੋ ਸਕਦੇ ਆ ਨਾ। ਸੋ ਇਹ ਹੁੰਦੀ ਹੈ ਵੀ ਗਾਈਡਲਾਈਨਸ ਵੀ ਤੁਸੀਂ ਫੋਲੋ ਕਰਨੀਆਂ। ਹੁਣ ਇਹ 100% ਕੋਈ ਵੀ ਗਾਈਡਲਾਈਨਸ ਪ੍ਰੋਟੈਕਟਿਵ ਨਹੀਂ ਹੁੰਦੀ, ਕੋਸ਼ਿਸ਼ਾਂ ਹੁੰਦੀਆਂ ਵੀ ਮਾਸਕ ਲਾ ਲਿੱਤਾ, ਦੂਰੀ ਰੱਖ ਲਈ, ਹੈਂਡ ਸੈਨੀਟਾਈਜੇਸ਼ਨ ਕਰਤਾ ਤਾਂ ਕਿ ਤੁਹਾਡਾ ਰਿਸਕ ਘਟੇ। ਬਾਵਜੂਦ ਵੀ ਕਈ ਲੋਕਾਂ ਨੇ ਨਾ ਰਿਲੀਜੀਅਸਲੀ ਜਿਹੜੇ ਗਾਈਡਲਾਈਨਸ ਫੋਲੋ ਕੀਤੀ, ਉਹਨਾਂ ਨੂੰ ਵੀ ਕੋਵਿਡ ਹੋਇਆ, ਬੜੇ ਦੁਖੀ ਹੋਏ। ਲੇਕਿਨ ਦੇਖੋ, ਤੁਸੀਂ ਖਾਲੀ ਆਪਣਾ ਰਿਸਕ ਹੀ ਘਟਾਉਂਦੇ ਹੋ। ਔਰ ਆਊਟਡੋਰ ਜਿਹੜਾ ਹੈਗਾ, ਤਾਂ ਹੀ ਡਾਕਟਰ ਬੌਨੀ ਹੈਨਰੀ ਨੇ ਰਿਲੀਜੀਅਸ ਗੈਟ ਟੂਗੇਦਰ, ਕਿਉਂਕਿ ਹੁਣ ਅਗਲੇ ਵੀਕਐਂਡ 'ਚ ਜਿਹੜਾ ਹੈਗਾ ਗੁੱਡ ਫਰਾਈਡੇ ਤੇ ਪਾਸਓਵਰ ਹੈਗਾ, ਜਿਹੜਾ ਕੈਥੋਲਿਕ ਫੇਸ ਵਾਸਤੇ, ਕ੍ਰਿਸਚੀਅਨਸ ਵਾਸਤੇ ਬਹੁਤ ਵੱਡਾ ਇੱਕ ਤਿਉਹਾਰ ਹੁੰਦਾ। ਸਾਡੇ ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ, ਵਿਸਾਖੀ ਦਾ ਜਿਹੜਾ ਖਾਲਸੇ ਦੇ ਸਿਰਜਣਾ ਦਿਵਸ ਜਾਂ ਹੋਰ ਗੁਰਪੁਰਬ ਹੁੰਦੇ, ਉਹ 'ਚ ਉਹਨਾਂ ਨੇ 50 ਦੀ ਗੈਟ ਟੂਗੇਦਰ ਅਲਾਉ ਕੀਤੀ ਆਊਟਸਾਈਡ ਦਾ ਚਰਚ, ਬਾਹਰ, ਇਨਸਾਈਡ ਨਹੀਂ। ਔਰ ਉਹਨਾਂ ਨੂੰ ਫਿਰ ਕਿਹਾ ਵੀ ਉਹ 6 ਫੁੱਟ ਘੱਟ ਤੋਂ ਘੱਟ ਦੂਰੀ 'ਚ ਰਹਿਣ, ਮਾਸਕ ਲਾ ਕੇ ਰੱਖਣ, 50 ਕਾਰਾਂ ਤੋਂ ਜ਼ਿਆਦਾ ਅਲਾਉ ਨਹੀਂ ਹੋਣਗੀਆਂ ਤੇ 50 ਵਿਅਕਤੀਆਂ ਤੋਂ ਜ਼ਿਆਦਾ ਅਲਾਉ ਨਹੀਂ ਕੀਤਾ ਜਾਊਗਾ। ਹਾਂ, ਕੋਈ ਫੈਮਿਲੀ ਹੈਗੀ ਆ ਉਹ ਨਾਲ ਖਲੋ ਸਕਦੇ ਆ, ਲੇਕਿਨ ਜਿਹੜੇ ਸਟ੍ਰੇਂਜਰਸ ਔਰ ਫਰੈਂਡ ਆ ਉਹਨਾਂ ਨੂੰ ਦੂਰੀ ਮੇਨਟੇਨ ਕਰਨੀ ਪਏਗੀ। 2 ਕੇਅਰ ਟੇਕਰਸ ਰੱਖ ਸਕਦੇ, ਸੋ ਟੋਟਲ 52 ਹੋਇਆ। ਔਰ ਸਾਰਿਆਂ ਦਾ ਨੰਬਰ, ਉਹਨਾਂ ਦਾ ਫੋਨ ਨੰਬਰ, ਉਹਨਾਂ ਦਾ ਨਾਮ ਸਾਰਾ ਰਜਿਸਟਰਡ ਹੋਊਗਾ, ਤਾਂ ਕਿ ਅਗਰ ਖੁਦਾ ਨਾ ਖਾਸਤਾ ਸਪਰੈਡ ਹੁੰਦਾ ਤੇ ਉਹਨਾਂ ਨੂੰ ਆਈਸੋਲੇਟ ਕੀਤਾ ਜਾਊਗਾ। ਹੁਣ ਗੁਰਦੁਆਰਿਆਂ 'ਚ ਵੀ ਇਨਸਾਈਡ ਜਿਹੜੀ ਹੈਗੀ ਆ ਇਹ ਮਨੌਤੀ ਅਜੇ ਹੈਗੀ ਆ। ਆਊਟਸਾਈਡ ਅਗਰ ਆਪਾਂ 50 ਦੀ ਆਪਾਂ ਅਰੇਂਜ ਕਰ ਸਕਦੇ ਹਾਂ, ਕਿਉਂਕਿ ਅਗਰ ਇੱਕ ਰਿਲੀਜੀਅਸ ਇੰਸਟੀਚਿਊਟ ਵਾਸਤੇ ਹੈਗਾ, ਉਹ ਸਾਰਿਆਂ ਵਾਸਤੇ ਹੈਗਾ। ਲੇਕਿਨ ਹੁਣ ਮੌਸਮ ਬਾਹਰ ਇੰਨਾ ਗੁੱਡ ਨਹੀਂ ਹੈਗਾ, ਅੱਜ ਤੇ ਮੀਂਹ ਪੈ ਰਿਹਾ ਸੀ, ਲੇਕਿਨ ਆਉਣ ਵਾਲੇ ਵੀਕਐਂਡ 'ਚ ਅਗਰ ਧੁੱਪ ਹੈਗੀ ਆ, ਜਾਂ ਅਸੀਂ ਹੁਣ ਨਿਸ਼ਾਨ ਸਾਹਿਬ ਦੀ ਵੀ ਸੇਵਾ ਕਰਦੇ ਆ, ਲੇਕਿਨ ਦੇਖੋ 50 ਤੋਂ ਥੱਲੇ ਹੀ ਤੁਹਾਨੂੰ ਆਵਾਮ ਰੱਖਣਾ ਪੈਣਾ, ਇਹ ਤੁਹਾਨੂੰ ਕੰਟਰੋਲ ਕਰਨਾ ਪੈਣਾ, ਨਹੀਂ ਤੇ ਫਾਈਨ ਹੋਊਗਾ, ਟਿਕਟਾਂ ਮਿਲਣਗੀਆਂ, ਕੋਵਿਡ ਇੰਸਪੈਕਟਰ ਆ ਕੇ ਤੰਗ ਕਰੋਗੇ। ਜੀ ਡਾਕਟਰ ਪੁਰ ਜੀ, ਲਾਸਟ ਦੇ ਉੱਤੇ ਕੁਐਸਚਨ ਇਹ ਹੈ ਕਿ ਜੇ ਹੁਣ ਵੈਕਸੀਨ ਲੱਗ ਜਾਂਦੀ ਹੈ ਤਾਂ ਇਸ ਤੋਂ ਬਾਅਦ ਵੀ ਦੁਬਾਰਾ ਕੋਵਿਡ ਹੋ ਸਕਦਾ ਹੈ? ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਦੁਬਾਰਾ ਕੋਵਿਡ ਹੋ ਗਿਆ, ਦੁਬਾਰਾ ਆਈਸੋਲੇਸ਼ਨ ਦੇ ਵਿੱਚ ਹੈ। ਉਹਨਾਂ ਨੇ ਹਾਲਾਂਕਿ ਪਬਲਿਕਲੀ ਵੈਕਸੀਨ ਲਗਵਾਈ ਸੀ। ਮੇਰੇ ਬੜੇ ਫੇਵਰਿਟ ਹੈ ਅਜ਼ੀਜ਼ ਇਮਰਾਨ ਖਾਨ ਸਾਹਿਬ, ਔਰ ਉਹਨਾਂ ਦਾ ਬੋਲਿੰਗ, ਉਹਨਾਂ ਦੀ ਆਲਰਾਊਂਡ ਬੈਟਿੰਗ ਦਾ ਮੈਂ ਮੁਰੀਦ ਹਾਂ। ਜਦ ਮੈਂ ਬੰਬੇ ਸੀ, ਬਲੈਕ ਐਂਡ ਵਾਈਟ ਟੀਵੀ ਤੋਂ ਉਹਨਾਂ ਨੂੰ ਦੇਖਦੇ ਰਹੇ, ਹੌਲੀ ਹੌਲੀ ਕਲਰ 'ਚ ਆਏ ਔਰ ਇਸ ਪ੍ਰਧਾਨ ਮੰਤਰੀ ਬਣ ਚੁੱਕੇ ਨੇ। ਫਿਰ ਮੈਂ ਇੱਥੇ ਕਹਿੰਦਾ, ਕੋਈ ਵੀ ਵੈਕਸੀਨ 100% ਤੁਹਾਨੂੰ ਨਹੀਂ ਦਿੰਦੀ ਪ੍ਰੋਟੈਕਸ਼ਨ, ਤੁਹਾਨੂੰ ਮਾਈਲਡ ਕੇਸਿਸ ਫਿਰ ਵੀ ਹੋ ਸਕਦੇ ਆ। ਸੋ ਰਿਸਕ ਹਮੇਸ਼ਾ ਬਣਿਆ ਰਹੇਗਾ। ਇਹ ਸਾਰਾ ਜਿਹੜਾ ਵੈਕਸੀਨ ਲਾਉਣ ਦਾ ਮੇਨ ਟੀਚਾ ਇਹ ਆ ਵੀ ਤੁਹਾਡੀ ਬੋਡੀ 'ਚ ਇਨਫ ਐਂਟੀਬੋਡੀਜ਼ ਹੋਵੇ। ਦੇਖੋ, ਸਮਝੋ ਹੁਣ 2 ਦੇਸ਼ਾਂ ਦਾ ਘੋਲ ਜਾਂ ਲੜਾਈ ਚੱਲ ਰਹੀ ਹੈ ਨਾ, ਇੱਕ ਦੂਜੇ ਦੀ ਆਰਮੀ ਅਟੈਕ ਕਰ ਰਹੀ ਹੈ। ਅਗਰ ਤੁਹਾਡੀ ਆਰਮੀ ਤਗੜੀ ਆ, ਥੋੜੇ ਬਹੁਤ ਤੁਹਾਡੇ ਜਵਾਨ ਸ਼ਹੀਦ ਤਾਂ ਹੋਣਗੇ,
ਲੇਕਿਨ ਬਹੁਤਾ ਕਰਕੇ ਤੁਸੀਂ ਜੰਗ ਨਹੀਂ ਹਾਰੋਗੇ। ਉਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਹਸਪੀਟਲ ਨਹੀਂ ਐਡਮਿਟ ਹੋਗੇ, ਤੁਸੀਂ ਆਈਸੀਯੂ 'ਚ ਨਹੀਂ ਜਾਓਗੇ ਔਰ ਤੁਹਾਡੀ ਮੌਤ ਨਹੀਂ ਹੋਏਗੀ। ਮਨੋਰਥ ਤੇ ਇਹੀ ਆ। ਲੇਕਿਨ ਕੋਵਿਡ ਕਿਹਦੇ ਉੱਤੇ ਵੀ ਜੰਗ ਜਿਹੜੀ ਹੈਗੀ ਸ਼ੁਰੂ ਕਰ ਸਕਦਾ, ਲੇਕਿਨ ਅੰਦਰ ਸਾਡੇ ਵੈਕਸੀਨੇਸ਼ਨ ਦੇ ਨਾਲ ਅਗਰ ਉਹ ਫੌਜ ਹੈਗੀ ਐਂਟੀਬੋਡੀਜ਼ ਦੀ, ਤਾਂ ਕੋਵਿਡ ਨੂੰ ਢਾਉਣ 'ਚ ਸਮਰੱਥ ਹੈਗੀ ਆ। ਕਿਸੇ ਸੇ ਬਹੁਤ ਜ਼ਿਆਦਾ, ਕਿਸੇ 'ਚ ਥੋੜਾ ਘੱਟ, ਲੇਕਿਨ ਬਹੁਤਾਤਰ ਤੁਹਾਡਾ ਸੀਵੀਅਰ ਇਨਫੈਕਸ਼ਨ ਜਿਹੜਾ ਹੈਗਾ ਉਹਨੂੰ ਪ੍ਰੀਵੈਂਟ ਕਰ ਸਕਦੀ ਹੈ। ਡਾਕਟਰ ਗੁਰਜੀਤ, ਕੀ ਮੈਸੇਜ ਅੱਜ ਦੇ ਲਈ? ਮੈਸੇਜ ਇਹੀ ਆ ਵੀ ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਰਲੇ ਕਿਨੇ ਚੱਕ ਡੀਤੀ। ਜਿਹੜੀ ਬਾਣੀ ਆ, ਦੇਖੋ ਗੁਰਬਾਣੀ ਜਾਂ ਬਾਣੀ ਜਿਹੜਾ ਹੈਗਾ ਨਾ, ਲਫ਼ਜ਼ ਵਾਣੀ ਤੋਂ ਆਉਂਦਾ। ਵਾਣੀ ਮੀਨਸ ਸਾਊਂਡ, ਮਿਊਜ਼ਿਕ, ਨਾਦ, ਵਾਈਬ੍ਰੇਸ਼ਨ, ਧੁਨੀ। ਜਿਹੜਾ ਇਹ ਨਾਦ ਬ੍ਰਹਮ ਤੋਂ ਆਉਂਦਾ। ਸੋ ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਜਿਹੜੀ ਨਾ ਪਰਮੇਸ਼ਰ ਦੀ ਬਾਣੀ ਆ, ਉਹ ਇੱਕ ਮਿਠਾਸ ਪ੍ਰੋਡਿਊਸ ਕਰਦੀ ਹੈ ਤੁਹਾਡੇ ਅੰਤਿਸ਼ਕਰਨ ਦੇ ਵਿੱਚ, ਹਰ ਇੱਕ ਸੈੱਲ ਦੇ ਵਿੱਚ। ਔਰ ਗੁਰਮੁਖ ਵਿਰਲੇ ਕਿਨੇ ਚੱਖ ਦਿੱਤੀ, ਲੇਕਿਨ ਉਹਨੂੰ ਚੱਖਣ ਵਾਸਤੇ ਤੁਹਾਨੂੰ ਗੁਰਮੁਖ ਬਣਨਾ ਪੈਂਦਾ। ਉਹਦੀ ਸਾਖੀ ਜਿਹੜੀ ਹੈਗੀ ਹੈ, ਤੁਸੀਂ ਬਾਬਾ ਫਰੀਦ ਸ਼ਕਰਗੰਜ ਦੀ ਜਿਹੜੇ ਸਾਰੇ ਜਾਣਦੇ ਹੋ, ਉਹਨਾਂ ਦੀ ਮਾਤਾ ਜੀ ਉਹਨਾਂ ਨੂੰ ਤਸਬੀਹ ਦਿੰਦੇ ਸੀ ਤੇ ਇਹ ਮੁਸੱਲਾ ਜਿਹੜਾ ਹੈਗਾ ਜਿਹ 'ਚ ਨਮਾਜ਼ ਪੜ੍ਹੀ ਦੀ, ਕਹਿੰਦੇ ਤੂੰ ਅੱਖਾਂ ਬੰਦ ਕਰ, ਤੂੰ ਅੱਲਾਹੂ ਅੱਲਾਹੂ ਕਰ ਤਸਬੀਹ ਦੇ ਨਾਲ, ਤੇ ਮਾੜਾ ਸ਼ੂਗਰ ਜਾਂ ਗੁੜ ਜਾਂ ਖੰਡ ਰੱਖ ਦਿੰਦੇ ਸੀ ਕੋਣੇ ਤੇ। ਜਦੋਂ ਰੋਲ ਅਪ ਕਰਦਾ ਸੀ ਕਾਰਪੇਟ, ਉਹ ਕਹਿੰਦਾ ਸੀ ਇਹ ਸ਼ੂਗਰ ਆ, ਕਹਿੰਦਾ ਹਾਂ ਤੇਰੀ ਦੇਖ ਤੂੰ ਭਗਤੀ ਕਰਦਾ ਤੇ ਅੱਲਾਹ ਤਾਲਾ ਤੈਨੂੰ ਸ਼ੂਗਰ ਦਿੰਦਾ। ਇੱਕ ਉਹਦੀ ਮਾਂ ਚਲੀ ਗਈ, ਭਗਤੀ ਕਰਨ ਉਹ ਬਹਿ ਗਿਆ, ਮਾਂ ਹੋ ਗਈ ਲੇਟ। ਅੱਜ ਉਹ ਕਹਿੰਦੀ ਹੈ ਵੀ ਹੁਣ ਤਾਂ ਕੰਮ ਗਿਆ, ਇਹਦਾ ਭਰੋਸਾ ਟੁੱਟ ਜਾਣਾ ਵੀ ਤੇ ਰੋਜ਼ ਤਾਂ ਮੈਂ ਸ਼ੱਕਰ ਪਾਉਂਦੀ ਸੀ ਲੁੱਕ ਕੇ। ਜਦ ਉਹਨੇ ਰੋਲ ਅਪ ਕੀਤਾ, ਟਾਈਮ ਪੂਰਾ ਹੋ ਗਿਆ, ਘੰਟੇ ਬਾਅਦ ਮਾਂ ਆਈ ਤੇ ਮਾਂ ਕਹਿੰਦੀ ਫਰੀਦਾ ਨਮਾਜ਼ ਪੜ੍ਹੀ ਹੋ? ਕਹਿੰਦਾ ਹਾਂ ਪੜ੍ਹੀ ਹੈ। ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ, ਬੜਾ ਪ੍ਰੇਮ ਔਰ ਸ਼ਾਂਤੀ। ਤੇ ਕਹਿੰਦਾ ਤੂੰ ਜਦੋਂ ਕਾਰਪੇਟ ਰੋਲ ਅਪ ਕੀਤਾ ਕੁਛ ਮਿਲਿਆ? ਕਹਿੰਦਾ ਅੱਜ ਤਾਂ ਸ਼ੂਗਰ ਹੀ ਸ਼ੂਗਰ ਸੀ ਸਾਰੇ ਪਾਸੇ। ਉਹ ਕਹਿੰਦੇ ਇਹਨੂੰ ਕਹਿੰਦੇ ਆ ਵੀ ਗੁਰਮੁਖ ਕਰਲੇ ਵਿਰਲੇ ਡੀਠੀ। ਸੋ ਉਹਦੇ ਗੁਰਮੁਖ ਬਣਨਾ ਪੈਂਦਾ। ਔਰ ਗੁਰਮੁਖ ਕਿੱਦਾਂ ਬਣੀਦਾ? ਉਹ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਸਵੇਰੇ ਉੱਠ ਕੇ ਪ੍ਰਭੂ ਪਰਮੇਸ਼ਰ ਦੀ ਆਰਾਧਨਾ ਕਰ, ਅੱਲਾਹੂ ਕਰ, ਵਾਹਿਗੁਰੂ ਵਾਹਿਗੁਰੂ, ਹਰੀ ਹਰੀ ਕਰ। ਉਦਮ ਕਰੇ ਪਲ ਕੇ ਪ੍ਰਵਾਤੀ। ਉਦਮ ਕਰਨਾ, ਇਸ਼ਨਾਨ ਕਰੇ ਕਰਨਾ ਹੋਵੇ, ਜਿਹੜਾ ਅੰਤਿਸ਼ਕਰਨ 'ਚ ਅੰਮ੍ਰਿਤ ਸਰੋਵਰ, ਉਹਦੇ ਨਾਲ ਇਸ਼ਨਾਨ ਕਰ। ਫਿਰ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਿਰਾਸ, ਸਾਸ ਦਾ ਮਤਲਬ ਹੁੰਦਾ ਐਵਰੀ ਬ੍ਰੈਥ, ਗ੍ਰਾਸ ਮੀਨਸ ਇੱਕ ਇੱਕ ਦਾਣਾ ਜਿਹੜਾ ਭੋਜਨ ਦਾ ਖਾਂਦੇ ਹੋ ਉਹਦੇ ਨਾਲ। ਜੋ ਸਾਸ ਗਿਰਾਸ ਧਿਆਏ ਮੇਰਾ ਹਰ, ਉਹਦੇ ਨਾਲ ਤੁਹਾਡੀ ਚੇਤਨਾ ਉਹਦੇ ਨਾਲ ਲਿੰਕ ਹੈ। ਤੋ ਸਿੱਖ ਗੁਰੂ ਮਨ ਭਾਵੇ, ਤਾਂ ਤੁਸੀਂ ਗੁਰੂ ਦੇ ਮਨ ਪਾਉਂਦੇ ਹੋ। ਉਹਦੇ ਬਾਅਦ ਵੀ ਗੁਰੂ ਜਿਹੜਾ ਹੈਗਾ ਤੁਹਾਡੇ ਕਈ ਐਗਜ਼ਾਮ ਲੈਂਦਾ, ਲੇਕਿਨ ਐਗਜ਼ਾਮ ਤੋਂ ਆਪਾਂ ਜਿਹੜਾ ਹੈਗਾ ਗੁਰੇਜ਼ ਨਹੀਂ ਕਰ, ਅਸੀਂ ਪੂਰੇ ਉਤਰਾਂਗੇ। ਲੇਕਿਨ ਜਿਹੜੀ ਅੰਮ੍ਰਿਤ ਬਾਣੀ ਜਿਹੜੀ ਮਿੱਠੀ ਹੈਗੀ ਆ, ਉਹਦੀ ਦਾਤ ਮਿਲ ਸਕਦੀ ਆ। ਔਰ ਨਵਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ। ਜਿਹੜਾ ਨਾ 9 ਨਿਧੀਆਂ 18 ਸਿੱਧੀਆਂ ਅੰਮ੍ਰਿਤ ਸਰੋਵਰ ਦੀ ਨਾਮ ਦੀਆਂ ਤੁਹਾਡੇ ਅੰਦਰ ਆ, ਦੇਹੀ ਵਿੱਚ ਆ, ਉਹਦਾ ਵਿਸ਼ਰਾਮ। ਲੇਕਿਨ ਜਿਹੜਾ ਅਸੀਂ 1699 'ਚ ਦਸਮ ਨਾਨਕ ਨੇ ਜਿਹੜਾ ਅੰਮ੍ਰਿਤ ਸੰਚਾਰ ਕੀਤਾ ਸੀ, ਉਹਦਾ ਮਨੋਰਥ ਵੀ ਬਾਹਰੋਂ ਜਿਹੜਾ ਅੰਮ੍ਰਿਤ ਆ ਉਹ ਅੰਦਰਲੇ ਅੰਮ੍ਰਿਤ ਨੂੰ ਉਜਾਗਰ ਕਰੇ। ਜਿੱਦਾਂ ਪੁਰਾਣੇ ਟਾਈਮ 'ਚ ਜਿਹੜਾ ਹੈਂਡ ਪੰਪ ਹੁੰਦਾ ਸੀ, ਜਦੋਂ ਬੋਰਿੰਗ ਕਰ ਲੈਂਦੇ ਸੀ, ਪਹਿਲਾਂ ਪਾਣੀ ਪਾਈਦਾ ਸੀ, ਫਿਰ ਪਾਣੀ ਨਿਕਲਦਾ ਸੀ ਜੀ। ਸੋ ਇਹ ਜਿਹੜੀ ਪ੍ਰੈਕਟੀਕਲ ਔਰ ਸਾਇੰਟੀਫਿਕ ਜਿਹੜੀ ਟੈਕਨੋਲੋਜੀ ਹੈਗੀ ਆ, ਉਹ ਜਿਹੜਾ ਆਰਟ ਐਂਡ ਸਾਇੰਸ ਆਫ ਮੈਡੀਟੇਸ਼ਨ ਚੱਲਦਾ। ਸੋ ਪ੍ਰਭੂ ਦੇ ਚਰਨਾਂ 'ਚ ਟੇਕ ਰੱਖੋ। ਅੱਛੇ ਦਿਨ ਆ ਰਹੇ ਨੇ, ਹੋਰ ਜ਼ਰੂਰ ਆਉਣਗੇ। ਤੁਹਾਡੇ ਮਾਂ ਅਗਲੇ ਸਾਲ ਲਵਾਵਾਂਗੇ, ਇਸ ਸਾਲ ਤੱਕ ਰੱਖੀ ਰੱਖੋ। ਔਰ ਜਿਹੜੇ ਪਬਲਿਕ ਹੈਲਥ ਦੀ ਜਿਹੜੀ ਗਾਈਡਲਾਈਨਸ ਹੈ, ਪਲੀਜ਼ ਉਹਨੂੰ ਫੋਲੋ ਕਰੋ। ਬਹੁਤ ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਬਹੁਤ। ਡਾਕਟਰ ਪੁਰਜੀ ਦੇ ਨਾਲ ਅੱਜ ਗੱਲਬਾਤ ਹੋਈ, ਜਿਨ੍ਹਾਂ ਨੇ ਨਾਲ ਸਾਨੂੰ ਇਨਫੋਰਮੇਸ਼ਨ ਦਿੱਤੀ। ਤੇ ਲਾਸਟ ਪਾਰਟ ਤੁਹਾਡਾ ਤੇ ਸਾਡਾ ਸਾਰਿਆਂ ਦਾ ਫੇਵਰੇਟ ਹੈ, ਜਿਹਦੇ ਵਿੱਚ ਉਹ ਸਾਨੂੰ ਦੱਸਦੇ ਹੈ ਕਿ ਰੀਅਲ ਲਾਈਫ ਦੇ ਵਿੱਚ ਅਸੀਂ ਕਿਸ ਤਰ੍ਹਾਂ ਜਿਉਣਾ, ਟਰਸਟ ਜਿਹੜਾ ਉਹ ਬਣਾ ਕੇ ਰੱਖਣਾ ਹੈ, ਪਰਮਾਤਮਾ ਦੇ ਨਾਲ ਮਿਲਣਾ ਹੈ, ਤੇ ਨਾਲ ਜਿਹੜੀਆਂ ਗਾਈਡਲਾਈਨਸ ਆ ਉਹ ਵੀ ਫੋਲੋ ਕਰਦੇ ਰਹਿਣਾ ਹੈ, ਤੇ ਅਸੀਂ ਜਿਹੜੀ ਆਪਣੀ ਜ਼ਿੰਦਗੀ ਆ ਉਹ ਵਧੀਆ ਬਣਾ ਸਕਦੇ ਹਾਂ। ਤੁਸੀਂ ਦੇਖਦੇ ਰਹੋ ਇਸੇ ਤਰ੍ਹਾਂ ਹੀ ਸਾਂਝਾ TV ਤੇ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।